स्टूडेंट्स अज आपां पढ़न लगे नवें सबजैक्ट मास ट्रांसफर टू द नवा टॉपिक वो है डिस्टिलेशन। मास ट्रांसफर 1 पिछले समैस्टर मैं थोनों डिस्टिलेशन की सिर्फ डेफिनेशन करवाई सी। तो डिस्टिलेशन है कि Distillation refers to the selective boiling and subsequent condensation of a component in a liquid mixture. It is basically a separation technique which can either increase the concentration of a particular component in the mixture or it is used to obtain a pure component from the mixture। मतलब कि ਜਿਹੜਾ डिस्टिलेशन ਉਹ ਹੈਗਾ ਕੀ ਹੈ, डिस्टिलेशन ਕੀ ਹੈ, ਇੱਕ ਸੈਪਰੇਸ਼ਨ ਟੈਕਨੀਕ ਹੈ ਜਿਹਦੇ 'ਚ ਦੋ ਜਾਂ ਇਸ ਤੋਂ ਵੱਧ ਲਿਕੁਇਡ ਮਿਕਸਚਰਸ ਨੂੰ ਸੈਪਰੇਟ ਕੀਤਾ ਜਾਂਦਾ ਹੈ। ਇੱਕ ਇਹਨਾਂ ਦੀ ਪ੍ਰੋਪਰਟੀ ਲਿਕੁਇਡ ਮਿਕਸਚਰ ਜਿਨ੍ਹਾਂ ਨੂੰ ਸੈਪਰੇਟ ਉਹ ਕੀ ਹੁੰਦੀ ਹੈ, ਮਿਸਿਬਲ ਅਤੇ ਵੋਲੇਟਾਈਲ ਲਿਕੁਇਡਸ ਹੁੰਦੇ ਆ। ਫਸਟ ਆਫ ਆਲ ਮਿਸਿਬਲ ਕੀ ਹੈ, ਮਿਸਿਬਲ ਕੀ ਹੈ ਜਿਹੜੇ ਬਿਲਕੁਲ ਇੱਕ ਦੂਜੇ ਦੇ ਵਿੱਚ ਘੁਲ ਜਾਂਦੇ ਆ। ਮਿਸਿਬਲ ਕੀ ਹੁੰਦੇ ਆ ਜਿਹੜੇ ਇੱਕ ਦੂਜੇ ਦੇ ਵਿੱਚ ਘੁਲ ਜਾਂਦੇ ਆ। ਅਤੇ ਵੋਲੇਟਾਈਲ ਕੀ ਹੁੰਦੇ ਆ, ਵੋਲੇਟਾਈਲ ਹੁੰਦੇ ਆ ਜਿਹੜੇ ਟੈਂਪਰੇਚਰ ਚੇਂਜ ਕਰਨ ਨਾਲ ਵੇਪਰ 'ਚ ਕਨਵਰਟ ਹੁੰਦੇ ਆ, ਉਹ ਹੁੰਦੇ ਆ ਵੋਲੇਟਾਈਲ। ਜਿਹੜੇ ਆਪਾਂ ਲਿਕੁਇਡਸ ਨੂੰ ਲਿਕੁਇਡ ਮਿਕਸਚਰਸ ਨੂੰ ਆਪਾਂ ਡਿਸਟੀਲੇਸ਼ਨ ਜਿਨ੍ਹਾਂ ਦੀ ਕਰਨੀ ਹੈ ਉਹਨਾਂ ਦੀਆਂ ਦੋ ਚੀਜ਼ਾਂ, ਦੋ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ। ਇੱਕ ਕੀ ਆ ਉਹ ਮਿਸਿਬਲ ਹੋਣੇ ਚਾਹੀਦੇ, ਇੱਕ ਦੂਜੇ 'ਚ ਬਿਲਕੁਲ ਘੁਲਣੇ ਹੋਣੇ ਚਾਹੀਦੇ ਆ, ਅਤੇ ਦੂਜਾ ਕੀ ਉਹ ਵੋਲੇਟਾਈਲ ਹੋਣੇ ਚਾਹੀਦੇ ਆ। ਜੇ ਇੱਕ ਵੀ ਕੰਪੋਨੈਂਟ ਨੋਨ ਵੋਲੇਟਾਈਲ ਹੈ ਤਾਂ ਉਹਨਾਂ ਦੀ ਡਿਸਟੀਲੇਸ਼ਨ ਨਹੀਂ ਹੋਊਗੀ। ਇਸ ਲਈ ਜਿਹੜੇ ਕੰਪੋਨੈਂਟਸ ਆ ਉਹ ਵੋਲੇਟਾਈਲ ਹੋਣੇ ਚਾਹੀਦੇ ਆ। ਇਹ ਕੀ ਬੇਸਿਕਲੀ ਇੱਕ ਜਿਹੜੀ ਡਿਸਟੀਲੇਸ਼ਨ ਹੈ ਕੋਈ ਵੀ ਕੈਮੀਕਲ ਰਿਐਕਸ਼ਨ ਨਹੀਂ ਹੈ, ਇਹ ਕੈਮੀਕਲ ਰਿਐਕਸ਼ਨ ਨਹੀਂ ਹੈ, ਬਟ ਇਹ ਕੀ ਹੈ ਫਿਜ਼ੀਕਲ ਸੈਪਰੇਸ਼ਨ ਪ੍ਰੋਸੈਸ ਹੈ। ਫਿਜ਼ੀਕਲ ਸੈਪਰੇਸ਼ਨ 'ਚ ਕੀ ਹੈ, ਪਹਿਲਾਂ ਆਪਾਂ ਬੋਇਲਿੰਗ ਕਰਦੇ ਹਾਂ ਕੰਪੋਨੈਂਟਸ ਦੀ, ਫਿਰ ਕੀ ਉਹਨਾਂ ਦੀ ਕੰਡੈਂਸੇਸ਼ਨ ਕਰਕੇ ਉਹਨਾਂ ਨੂੰ ਕੂਲ ਕਰਕੇ ਉਹਨੂੰ ਫਿਰ ਲਿਕੁਇਡ 'ਚ ਕਨਵਰਟ ਕਰ ਲੈਂਦੇ ਹਾਂ। ਅਤੇ ਜਿਹੜਾ ਡਿਸਟੀਲੇਸ਼ਨ ਹੈ ਕੀ ਚੀਜ਼ ਨਾਲ ਸੈਪਰੇਸ਼ਨ ਹੁੰਦੀ ਹੈ, ਬੇਸਿਕ ਜਿਹੜੀ ਡਿਫਰੈਂਸ ਡਿਸਟੀਲੇਸ਼ਨ 'ਚ ਆਪਾਂ ਨੂੰ ਚਾਹੀਦੀ ਹੈ ਉਹ ਕੀ ਹੈ, ਡਿਫਰੈਂਸ ਇਨ ਬੋਇਲਿੰਗ ਪੁਆਇੰਟਸ। ਦੋ ਜਾਂ ਦੋ ਤੋਂ ਵੱਧ ਜਿੰਨੇ ਵੀ ਲਿਕੁਇਡਸ ਆ ਉਹਨਾਂ ਦੇ ਬੋਇਲਿੰਗ ਪੁਆਇੰਟਸ 'ਚ ਡਿਫਰੈਂਸ ਚਾਹੀਦਾ। ਠੀਕ ਹੈ, ਹੁਣ ਇੱਕ ਡਾਇਆਗ੍ਰਾਮ ਦੇ ਹਿਸਾਬ ਨਾਲ ਆਪਾਂ ਦੇਖ ਲੈਂਦੇ ਹਾਂ ਡਿਸਟੀਲੇਸ਼ਨ ਕੀ ਹੈ। ਇਹਦੇ 'ਚ ਕੀ ਹੈ, ਇੱਕ ਮਤਲਬ ਇਹ ਲੈਬੋਰਟਰੀ ਸੈਟਅਪ ਹੈ। ਇਹਦੇ 'ਚ ਜਿਹੜਾ ਮੈਂ ਬੇਸਿਕਲੀ ਸਿਰਫ ਇੱਕ ਉੱਤੋਂ ਵਿਊ ਦੇਣ ਲੱਗੀ ਹਾਂ, ਜਿਹੜਾ ਇਹ ਡਿਸਟੀਲੇਸ਼ਨ ਫਿਨੋਮੀਨਾ ਪੂਰਾ ਆਪਾਂ ਵਿਦ ਡਾਇਆਗ੍ਰਾਮ ਆਪਾਂ ਨੈਕਸਟ ਲੈਕਚਰ 'ਚ ਪੜ੍ਹਾਂਗੇ। ਬੇਸਿਕਲੀ ਕੀ ਹੈ, ਇੱਕ ਫਲਾਸਕ ਹੈ, ਉਹਦੇ ਵਿੱਚ ਆਪਾਂ ਕੀ ਆ ਲਿਕੁਇਡਸ ਦਾ ਮਿਕਸਚਰ ਜਿਹੜੇ ਵੋਲੇਟਾਈਲ ਅਤੇ ਮਿਸਿਬਲ ਲਿਕੁਇਡਸ ਦਾ ਮਿਕਸਚਰ ਲੈਂਦੇ ਹਾਂ, ਉਸ ਮਿਕਸਚਰ ਨੂੰ ਆਪਾਂ ਬੋਇਲ ਕਰਦੇ ਹਾਂ। ਜਦੋਂ ਆਪਾਂ ਬੋਇਲ ਕਰਦੇ ਹਾਂ ਜਿਹੜੇ ਲਿਕੁਇਡ ਦਾ ਲੋਅਰ ਬੋਇਲਿੰਗ ਟੈਂਪਰੇਚਰ ਹੈ ਉਹ ਜਲਦੀ ਬੋਇਲ ਹੋ ਜਾਊਗਾ, ਉਹ ਵੇਪਰਸ 'ਚ ਕਨਵਰਟ ਹੋਊਗਾ ਅਤੇ ਉਹ ਵੇਪਰਸ ਨੂੰ ਆਪਾਂ ਕੀ ਹੈ ਕਲੈਕਟ ਕਰਦੇ ਹਾਂ। ਇੱਕ ਕੰਡੈਂਸਰ ਲਾਇਆ, ਜਦੋਂ ਆਪਾਂ ਉਹਦੇ 'ਚੋਂ ਪਾਸ ਕਰਦੇ ਹਾਂ ਵੇਪਰਸ, ਉਹ ਫਿਰ ਕੀ ਹੈ ਲਿਕੁਇਡ 'ਚ ਕਨਵਰਟ ਹੋ ਕੇ ਆਪਣੇ ਕੋਲ ਨੈਕਸਟ ਕਾਲਮ 'ਚ ਚਲੇ ਜਾਂਦੇ। ਇਸ ਤਰ੍ਹਾਂ ਆਪਣੇ ਦੋਵਾਂ ਬਾਈਨਰੀ ਮਿਕਸਚਰ 'ਚ ਦੋ ਲਿਕੁਇਡਸ ਦੀ ਜਿਹੜੀ ਕੀ ਹੈ ਸੈਪਰੇਸ਼ਨ ਹੋ ਜਾਂਦੀ ਹੈ। ਜਿਹੜੀ ਡਿਸਟੀਲੇਸ਼ਨ ਹੈ ਇਹ ਬੇਸਿਕਲੀ ਦੋ ਟਾਈਪ ਦੀ ਹੁੰਦੀ ਹੈ। ਬੇਸਿਕਲੀ ਦੋ ਟਾਈਪ ਦੀ ਮਤਲਬ ਕਿ ਬੈਚ ਅਤੇ ਕੰਟੀਨਿਊਸ। ਬੈਚ ਅਤੇ ਕੰਟੀਨਿਊਸ ਪ੍ਰੋਸੈਸਿਸ ਇਹ ਅੱਗੇ ਡਿਫਰੈਂਟ ਟਾਈਪਸ ਦੇ ਹੁੰਦੇ। ਬੈਚ ਜਿਹੜੀਆਂ ਲੈਬੋਰਟਰੀ ਸੈਟਅਪਸ ਹੈ, ਲੈਬੋਰਟਰੀ 'ਚ ਜਿਹੜੇ ਆਪਾਂ ਐਕਸਪੈਰੀਮੈਂਟਸ ਕਰਦੇ ਹਾਂ ਜਨਰਲੀ ਕੀ ਆ ਬੈਚ ਡਿਸਟੀਲੇਸ਼ਨ ਨਾਲ ਕੀਤੇ ਜਾਂਦੇ ਆ। ਅਤੇ ਜਿਹੜੀ ਇੰਡਸਟਰੀਅਲ ਡਿਸਟੀਲੇਸ਼ਨ ਕਰਦੇ ਆ ਉਹ ਕੀ ਹੈ ਜਨਰਲੀ ਕੰਟੀਨਿਊਸ ਡਿਸਟੀਲੇਸ਼ਨਸ ਹੁੰਦੀਆਂ। ਨੈਕਸਟ ਕੀ ਹੈ ਜਿਹੜੀ ਡਿਸਟੀਲੇਸ਼ਨ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਮੇਨ ਪੁਆਇੰਟ ਰੈਲੇਟਿਵ ਵੋਲੇਟਿਲਿਟੀ 'ਤੇ ਡਿਪੈਂਡ ਕਰਦੀ ਹੈ। ਅਤੇ ਰੈਲੇਟਿਵ ਵੋਲੇਟਿਲਿਟੀ ਕੀ ਹੈ, in order to separate a binary mixture using a distillation process there must be a difference in the volatilities of the components। ਦੋਵੇਂ ਜਿਹੜੇ ਕੰਪੋਨੈਂਟਸ ਆ ਬਾਈਨਰੀ ਮਿਕਸਚਰ 'ਚ ਉਹਨਾਂ ਦੀਆਂ ਵੋਲੇਟਿਲਿਟੀਜ਼ ਡਿਫਰੈਂਟ ਹੋਣੀਆਂ ਚਾਹੀਦੀਆਂ। ਜਿੰਨੀ ਜ਼ਿਆਦਾ ਡਿਫਰੈਂਸ ਉਹਨਾਂ ਦੀਆਂ ਵੋਲੇਟਿਲਿਟੀਜ਼ 'ਚ ਹੋਊਗੀ ਓਨਾ ਹੀ ਜ਼ਿਆਦਾ ਉਹਨਾਂ ਨੂੰ ਸੈਪਰੇਟ ਕਰਨਾ ਈਜ਼ੀ ਹੋਊਗਾ। ਜਿੰਨੀ ਉਹਨਾਂ ਦੇ ਵਿੱਚ ਘੱਟ ਡਿਫਰੈਂਸ ਹੋਊਗੀ ਓਨਾ ਹੀ ਉਹਨਾਂ ਦੀ ਡਿਸਟੀਲੇਸ਼ਨ ਔਖੀ ਹੋ ਜੂਗੀ। ਲਈ ਜਿਹੜੀ ਵੋਲੇਟਿਲਿਟੀ ਆਪਾਂ ਕੰਪੋਨੈਂਟ ਦੀ ਡਿਫਾਈਨ ਕਰਦੇ ਆ ਉਹ ਕੀ ਹੁੰਦੀ ਆ, ਪਾਰਸ਼ੀਅਲ ਪ੍ਰੈਸ਼ਰ ਆਫ ਕੰਪੋਨੈਂਟ
divided by the mole fraction of component in the liquid. For the binary mixture, binary ਕੀ ਹੁੰਦਾ ਹੈ, ਦੋ ਕੰਪੋਨੈਂਟਸ ਦਾ ਜਿਹੜਾ ਮਿਕਸਚਰ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਬਾਈਨਰੀ ਮਿਕਸਚਰ। ਬਾਈਨਰੀ ਮਿਕਸਚਰ ਜਿਵੇਂ ਦੋ ਕੰਪੋਨੈਂਟਸ A ਐਂਡ B ਹੋ ਗਏ, ਵੋਲੇਟਿਲਿਟੀ ਆਫ A ਕੀ ਹੋ ਗਈ, partial pressure of A over mole fraction of A, volatility of B की होगी, partial pressure of B over mole fraction of B in the liquid। तो फिर relative volatility किमें defined होंदी है, it is the ratio of the volatility of A over the volatility of B। The relative volatility can be defined as the relative volatility of A over the relative volatility of B, that is PA over XA divided by PB by XB। This is known as relative volatility and it is designated by the sign alpha AB, that is relativity of A with respect to that of B। Relative volatility is the main point used for the distillation process। Now next we are going to study the different types of distillation। Distillation is of various types which includes simple distillation, fractional distillation, steam distillation and vacuum distillation। These are the main types। Next, distillation can be of various types depending upon the various factors। सब नों पहला बाकी है simple distillation। simple distillation की हुंदी है, it involves the heating the liquid mixture to the boiling point and immediately condensing the resulting vapors। ਇਹਦੇ 'ਚ ਆਪਾਂ ਕੀ ਕਰਦੇ, liquid mixture ਨੂੰ heat ਕਰਦੇ ਆ boiling point ਤੱਕ, ਫਿਰ ਆਪਾਂ ਜਦੋਂ vapors ਨੂੰ ਕੀ ਆ immediately condense ਕਰ ਦਿੰਦੇ ਆ, ਇੱਕ ਫਿਰ ਜਿਹੜੇ low liquid 'ਚ convert ਹੋ ਜਾਂਦੇ ਆ। ਬਟ ਇਹਦੀ ਇਸ ਮੈਥਡ ਦੀ ਕੰਡੀਸ਼ਨ ਕੀ ਹੈ ਕਿ ਇਹਨਾਂ ਦੇ ਜਿਹੜੇ ਬੋਇਲਿੰਗ ਪੁਆਇੰਟਸ ਆ ਲਿਕੁਇਡਸ 'ਚ, ਉਹਨਾਂ 'ਚ ਮਿਨੀਮਮ 25 ਡਿਗਰੀ ਸੈਲਸੀਅਸ ਦਾ ਡਿਫਰੈਂਸ ਹੋਣਾ ਹੀ ਚਾਹੀਦਾ ਹੈ। ਮਤਲਬ ਕਿ ਜਿਹੜੇ ਲਿਕੁਇਡਸ ਨੂੰ ਆਪਾਂ ਸਿੰਪਲ ਡਿਸਟੀਲੇਸ਼ਨ ਨਾਲ ਸੈਪਰੇਟ ਕਰਨਾ ਹੈ, ਉਹਨਾਂ ਦੇ ਬੋਇਲਿੰਗ ਪੁਆਇੰਟਸ 'ਚ ਘੱਟੋ ਘੱਟ 25 ਡਿਗਰੀ ਸੈਲਸੀਅਸ ਦੀ ਡਿਫਰੈਂਸ ਹੋਣੀ ਚਾਹੀਦੀ ਹੈ। ਜਿਹੜਾ ਪਿਓਰਿਟੀ ਆਫ ਦੀ ਡਿਸਟੀਲੇਟ, ਜਿਹੜਾ ਆਪਾਂ ਡਿਸਟੀਲੇਟ ਮਿਲਣਾ ਹੈ ਉਹ ਕੀ ਹੈ, ਜਿਹੜਾ ਕਿਹੜੇ ਲਾਅ ਨਾਲ ਗਵਰਨ ਹੋ ਰਿਹਾ ਇਹਦੇ 'ਚ, ਰਾਊਲਟਸ ਲਾਅ ਨਾਲ। ਰਾਊਲਟਸ ਲਾਅ ਇਹ ਤੁਸੀਂ ਆਲਰੇਡੀ 10th 'ਚ ਪੜ੍ਹਿਆ ਹੋਇਆ। ਫਿਰ ਇਹ ਸਭ ਪਤਾ ਕੀ ਆਪਾਂ ਲੱਗ ਗਿਆ, ਸਿੰਪਲ ਡਿਸਟੀਲੇਸ਼ਨ 'ਚ ਆਪਾਂ ਕੀ ਮੇਨ ਚੀਜ਼ ਦੇਖਦੇ ਹਾਂ ਵੀ ਸਿੰਪਲ ਡਿਸਟੀਲੇਸ਼ਨ 'ਚ ਜਿਹੜੇ ਮਿਕਸਚਰਸ ਲਿਕੁਇਡਸ ਆਪਾਂ ਸੈਪਰੇਟ ਕਰਨੇ ਆ, ਉਹਨਾਂ ਦੇ ਬੋਇਲਿੰਗ ਪੁਆਇੰਟਸ ਘੱਟੋ ਘੱਟ 25 ਡਿਗਰੀ ਸੈਲਸੀਅਸ ਦਾ ਡਿਫਰੈਂਸ ਹੋਣਾ ਜ਼ਰੂਰੀ ਹੈ। ਨੈਕਸਟ ਕੀ ਹੈ, ਫ੍ਰੈਕਸ਼ਨਲ ਡਿਸਟੀਲੇਸ਼ਨ। ਫ੍ਰੈਕਸ਼ਨਲ ਡਿਸਟੀਲੇਸ਼ਨ ਉੱਥੇ ਯੂਜ਼ ਕਰਦੇ ਆ ਵੇਅਰ the mixtures of liquids have similar boiling points। ਮਤਲਬ ਕਿ ਜਿਹੜੇ ਮਿਕਸਚਰਸ ਦਾ ਆਲਮੋਸਟ ਸੇਮ ਬੋਇਲਿੰਗ ਪੁਆਇੰਟਸ ਹੁੰਦੇ ਆ, ਉਹਦੇ 'ਚ ਆਪਾਂ ਫ੍ਰੈਕਸ਼ਨਲ ਡਿਸਟੀਲੇਸ਼ਨ ਯੂਜ਼ ਕਰਦੇ ਹਾਂ। ਇਟ ਇਨਵੋਲਵਸ ਸੈਵਰਲ ਵੇਪਰਾਈਜੇਸ਼ਨ ਕੰਡੈਂਸੇਸ਼ਨ ਸਟੈਪਸ like that in a fractionating column, and this process is also known as rectification, and the apparatus which is used for this distillation is the fractional distillation। ਇਹਦੇ 'ਚ ਆਪਣੇ ਕੀ ਹੈ, ਆਲਮੋਸਟ ਡਿਸਟੀਲੇਸ਼ਨ ਦੀ ਸੇਮ ਐਪਰੇਟਸ ਯੂਜ਼ ਹੁੰਦਾ ਹੈ, ਬਟ ਕੀ ਹੈ ਇਹਦੇ 'ਚ ਇੱਕ ਫ੍ਰੈਕਸ਼ਨੇਟਿੰਗ ਕਾਲਮ ਲੱਗ ਜਾਂਦੀ ਹੈ ਫਲਾਸਕ ਦੇ ਉੱਤੋਂ ਦੀ, ਅਤੇ ਇਸ ਲਈ ਇਹਨੂੰ ਕੀ ਕਹਿੰਦੇ ਆ ਆਪਾਂ, ਫ੍ਰੈਕਸ਼ਨੇਟਿੰਗ ਡਿਸਟੀਲੇਸ਼ਨ। When heated, the liquid mixture is converted into vapors that rise into the fractionating column. The vapors now cool and condense on the walls of the condenser, and the hot vapors emanating from the distillating flask now heat the condensed vapor, creating new vapors, and the product which we get from this fractional distillation is pure than other distillations। The only difference between the fractionating column and simple distillation is that on the round bottom flask we use another column, that is a
fractionating column. Next is the steam distillation. ਸਟੀਮ ਡਿਸਟੀਲੇਸ਼ਨ ਆਪਾਂ ਕਿੱਥੇ ਯੂਜ਼ ਕਰਦੇ ਹਾਂ? ਸਟੀਮ ਡਿਸਟੀਲੇਸ਼ਨ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਆਪਾਂ ਹੀਟ ਸੈਂਸਿਟਿਵ ਕੰਪੋਨੈਂਟਸ ਨੂੰ ਸੈਪਰੇਟ ਕਰਨਾ ਹੋਵੇ। ਹੀਟ ਸੈਂਸਿਟਿਵ ਕੰਪੋਨੈਂਟਸ ਮਤਲਬ ਜਿਹੜੇ ਕਿ ਸਿੱਧੇ ਹੀਟ ਨੂੰ ਝੱਲ ਨਹੀਂ ਸਕਦੇ। ਜੇ ਆਪਾਂ ਸਿੱਧਾ ਉਹਨਾਂ ਨੂੰ ਬੋਇਲ ਕਰਦੇ ਹਾਂ ਤਾਂ ਉਹਨਾਂ ਦੀ ਜਿਹੜੀ ਡਿਸਟੀਲੇਸ਼ਨ ਉਹ ਸਹੀ ਨਹੀਂ ਹੋਊਗੀ। ਇਸ ਲਈ ਆਪਾਂ ਕੀ ਕਰਦੇ ਹਾਂ, ਪਹਿਲਾਂ ਸਟੀਮ ਬਣਾ ਕੇ ਫਲਾਸਕ ਜਿਹੜਾ ਆਪਾਂ ਕੋਨੀਕਲ ਫਲਾਸਕ ਹੈ ਜਾਂ ਰਾਊਂਡ ਬੋਟਮ ਫਲਾਸਕ, ਉਹਨੂੰ ਸਿੱਧਾ ਹੀਟ ਨਹੀਂ ਕਰਦੇ, ਉਹਦੇ ਵਿੱਚ ਦੀ ਆਪਾਂ ਸਟੀਮ ਪਾਸ ਕਰਦੇ ਹਾਂ ਉਸ ਮਿਕਸਚਰ ਵਿੱਚ ਦੀ, ਉਹਨੂੰ ਇਨਡਾਇਰੈਕਟਲੀ ਹੀਟ ਕਰਦੇ ਹਾਂ ਥਰੂ ਸਟੀਮ। ਅਤੇ ਜਿਹੜਾ ਸਟੀਮ ਦੇ ਨਾਲ ਹੀਟ ਹੋ ਕੇ ਜਿਹੜਾ ਰਿਜ਼ਲਟਿੰਗ ਵੇਪਰ ਆਪਾਂ ਨੂੰ ਆਉਂਦਾ ਹੈ ਉਹ ਕੀ ਆ, ਆਪਾਂ ਕੰਡੈਂਸ ਕਰਦੇ ਹਾਂ। ਅਤੇ ਦਿਸ ਪ੍ਰੋਸੈਸ ਆਫ ਸਟੀਮ ਡਿਸਟੀਲੇਸ਼ਨ ਇਜ਼ ਯੂਜ਼ ਟੂ ਓਬਟੇਨ ਅਸੈਂਸ਼ੀਅਲ ਆਇਲਸ ਐਂਡ ਹਰਬਲ ਡਿਸਟੀਲੇਟਸ। ਇਹਨੂੰ ਆਪਾਂ ਜ਼ਿਆਦਾ ਆਇਲਸ ਅਤੇ ਹਰਬਲ ਡਿਸਟੀਲੇਟਸ ਪ੍ਰਾਪਤ ਕਰਨ ਲਈ ਜ਼ਿਆਦਾ ਸਟੀਮ ਡਿਸਟੀਲੇਸ਼ਨ ਯੂਜ਼ ਕਰ ਸਕਦੇ ਹਾਂ। ਮਤਲਬ ਕਿ ਜਿਹੜੀ ਸਟੀਮ ਡਿਸਟੀਲੇਸ਼ਨ ਆ ਉਹਨਾਂ ਕੰਪੋਨੈਂਟਸ ਲਈ ਯੂਜ਼ ਹੁੰਦੀ ਹੈ ਜਿੱਥੇ ਕੀ ਹੈ ਲਿਕੁਇਡਸ ਆ ਹੀਟ ਸੈਂਸਿਟਿਵ ਹੁੰਦੇ ਆ, ਵੀ ਸਿੱਧਾ ਉਹਨਾਂ ਨੂੰ ਆਪਾਂ ਬੋਇਲ ਹੀਟ 'ਤੇ ਨਹੀਂ ਕਰ ਸਕਦੇ, ਤਾਂ ਫਿਰ ਆਪਾਂ ਉਹਨਾਂ ਨੂੰ ਕੀ ਹੈ ਸਟੀਮ ਨਾਲ ਇਨਡਾਇਰੈਕਟਲੀ ਹੀਟ ਕਰਕੇ ਉਹਨਾਂ ਦੀ ਸੈਪਰੇਸ਼ਨ ਕਰਦੇ ਹਾਂ। ਅਤੇ ਲਾਸਟ ਕੀ ਹੈ ਵੈਕਿਊਮ ਡਿਸਟੀਲੇਸ਼ਨ। ਵੈਕਿਊਮ ਡਿਸਟੀਲੇਸ਼ਨ ਕਾਹਦੇ ਵਾਸਤੇ ਹੁੰਦੀ ਹੈ? ਵੈਕਿਊਮ ਡਿਸਟੀਲੇਸ਼ਨ ਉੱਥੇ ਹੁੰਦੀ ਹੈ ਜਿੱਥੇ ਬਹੁਤ ਲਿਕੁਇਡਸ ਦਾ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਹਾਈ ਹੁੰਦਾ। ਕੀ ਹੈ ਉੱਥੇ ਆਪਾਂ ਜਦੋਂ ਇੰਨੇ ਟੈਂਪਰੇਚਰ 'ਤੇ ਨਹੀਂ ਪਹੁੰਚ ਸਕਦੇ, ਆਪਾਂ ਕੀ ਕਰਦੇ ਹਾਂ ਉੱਥੇ ਕੀ ਹੈ ਉਸ ਚੀਜ਼ ਦਾ ਪ੍ਰੈਸ਼ਰ ਹੀ ਘਟਾ ਦਿੰਦੇ ਹਾਂ। ਦੇਅਰਫੋਰ ਆਪਾਂ ਪ੍ਰੈਸ਼ਰ ਆਫ ਦ ਸਰਾਊਂਡਿੰਗਸ ਇਜ਼ ਲੋਅਰਡ। ਪ੍ਰੈਸ਼ਰ ਜਦੋਂ ਲੋਅਰ ਹੋ ਜਾਂਦਾ ਤਾਂ ਉਸੇ ਚੀਜ਼ ਨੂੰ ਬੋਇਲ ਕਰਨ ਲਈ ਆਪਾਂ ਨੂੰ ਕੀ ਹੈ ਟੈਂਪਰੇਚਰ ਵੀ ਕੀ ਹੈ ਲੋ ਹੋ ਜਾਂਦਾ। ਦ ਲੋਅਰਿੰਗ ਆਫ ਦ ਪ੍ਰੈਸ਼ਰ enables the components to boil at lower temperatures. Once the pressure of the component is equal to the surrounding pressure, it is converted into a vapor. So 4 ਟਾਈਪਸ ਦੀਆਂ ਡਿਸਟੀਲੇਸ਼ਨ ਆਪਾਂ ਕੀਤੀਆਂ। ਪਹਿਲਾਂ ਸਿੰਪਲ ਡਿਸਟੀਲੇਸ਼ਨ ਕੀਤੀ ਹੈ, ਫਰੈਕਸ਼ਨੇਟਿੰਗ ਡਿਸਟੀਲੇਸ਼ਨ ਕੀਤੀ ਹੈ, ਸਟੀਮ ਡਿਸਟੀਲੇਸ਼ਨ ਕੀਤੀ ਹੈ ਅਤੇ ਵੈਕਿਊਮ ਡਿਸਟੀਲੇਸ਼ਨ ਕੀਤੀ ਹੈ। ਮਤਲਬ ਇਹ ਫਸਟ ਚੈਪਟਰ 'ਚ ਆ ਇੱਕ ਪਾਰਟ ਹੋ ਗਿਆ। ਹੁਣ ਨੈਕਸਟ ਲੈਕਚਰ ਦੇ ਵਿੱਚ ਆਪਾਂ ਕੀ ਆ ਡਿਸਟੀਲੇਸ਼ਨ ਪ੍ਰੋਸੈਸ ਕਿਵੇਂ ਹੁੰਦਾ ਉਹਨੂੰ ਸਮਝਾਂਗੇ। ਥੈਂਕ ਯੂ।